ਵਾਗੇ ਦੇ ਬਾਰਡਰ ਦੇ ਉੱਤੇ ਘਣ ਛਾਵਾਂ ਕੋਈ ਬੂਟਾ ਲਾਵੇ, ਫੁੱਲ ਖਿੜਨ ਖੁਸ਼ਬੂਆਂ ਉੱਡਣ ਸਾਇਆ ਦੋਨੋਂ ਪਾਸੇ ਜਾਵੇ। ਜੇ ਕੋਈ ਭੁੱਲਾ ਭਟਕਾ ਪੰਛੀ ਉੜਦਾ ਉੜਦਾ ਇੱਧਰ ਆਵੇ, ਉਸਦੀ ਸ਼ਾਖ ਹਰੀ ਤੇ ਬਹਿ ਕੇ ਨਾਨਕ ਦਾ ਕੋਈ ਗੀਤ ਸੁਣਾਵੇ। ਦੀਵਾਲੀ ਦਾ ਦੀਵਾ ਬਣ ਕੇ ਸਾਡਾ ਦੀਵਾ ਬਾਲ ਕੇ ਜਾਵੇ, ਚੰਦ ਚੜੇ ਜੇ ਈਦ ਦਾ ਸਜਣਾ ਤੇਰੇ ਘਰ ਵੀ ਚਾਨਣ ਪਾਵੇ। ਵਾਗੇ ਦੇ ਬਾਰਡਰ ਦੇ ਉੱਤੇ ਘਣ ਛਾਵਾਂ ਕੋਈ ਬੂਟਾ ਲਾਵੇ। स्वर्गवासी शायर मित्र नज़ीर सदर होरां दी इन्हां चंद सतरां नाल अज दे प्रोग्राम च निੱਘੀ जी आया नूं। इन्हां सतरां तो साफ ज़ाहिर है कि दोवें पंजाबां दे लोग आपस विच ही अमन ते प्यार नाल जीउण दे चाहवान ने। रब्बा दिल पंजाब दा पाकिस्तान च रह गया है, कदी ना पूरा होना ऐसा घाटा पै गया है। रब्बा दिल पंजाब दा पाकिस्तान च रह गया है, कदी ना पूरा होना ऐसा घाटा पै गया है। फरिया बदन साडे ते जालम दे पाने छड़ के साग बेलूना खाना चाहुंदा सी। जिन्हां गरीबां दे घर बाबा चल के आउंदा सी, कूड़े छड़ के साग बेलूना खाना चाहुंदा सी। उन्हां नूं भी हुक्म होया वीज़ा लगवाणे दा। हर बच्चा पीढ़ी जदों अगा होनी, जिथे बाबे जन्म ले आयो कैसी था होनी। पूछूंगा हर बच्चा पीढ़ी जदों अगा होनी, कहना पऊगा रस्ता है बंदियो उस ठिकाने दा। अर्ज करा गुरु नानक जी नूं मुड़ के आवन लई, करके एक उदासी सब सरहदां टावण लई। अर्ज करा गुरु नानक जी नूं मुड़ के आवन लई, करके एक उदासी सब सरहदां टावण लई। हाल वेख जण रोंदे हर मजलूम निमाणे दा। पंजाबी दी इस दहाके दी सरमौर शायरा
ਤਾਹਿਰਾ ਸਰਾ ਆਏ ਨੇ। ਮੈਨੂੰ ਬੜੀ ਖੁਸ਼ੀ ਹੈ ਕਿ ਉਹ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ ਨੇ। ਅੱਜ ਉਹਨਾਂ ਨਾਲ ਗੱਲਾਂ ਕਰਾਂਗੇ, ਉਹਨਾਂ ਦੀ ਕਵਿਤਾਵਾਂ ਸੁਣਾਂਗੇ। ਜੀ ਆਇਆਂ ਨੂੰ ਜੀ, ਵੈਲਕਮ ਜੀ। ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਤੁਹਾਡੇ ਨਾਲ ਪ੍ਰੋਗਰਾਮ ਕਰਨਾ। Thank ਮੈਂ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇੱਥੇ ਸੱਦਿਆ। ਨਹੀਂ ਜੀ, ਮੈਨੂੰ ਇਸ ਕਰਕੇ ਤੁਸੀਂ ਮੇਰੇ ਖਿਆਲ ਸ਼ਾਇਦ ਪਹਿਲੀ ਵਾਰੀ ਆਏ ਹੋ ਕੈਨੇਡਾ। ਜੀ ਜੀ। ਮੇਰੀ ਬਦਕਿਸਮਤੀ, ਸਾਡੇ ਸਾਰੇ ਪੰਜਾਬ ਗੁਰਮੁਖੀ ਵਾਲਿਆਂ ਦੀ ਬਦਕਿਸਮਤੀ ਹੈ ਕਿ ਅਸੀਂ ਉਰਦੂ ਸਕ੍ਰਿਪਟ 'ਚ ਪੜ੍ਹ ਨਹੀਂ ਸਕਦੇ। ਤੋ ਜਿਹੜੀ ਤੁਹਾਡੀ ਕਿਤਾਬ ਹੋਂਦ 'ਚ ਆਈ ਹੈ ਸ਼ੀਸ਼ਾ, ਜੀ ਜੀ, ਇਹ ਪੜ੍ਹ ਕੇ ਮੈਨੂੰ ਅਹਿਸਾਸ ਹੋਇਆ ਕਿਤਾਬ ਦਾ ਮੇਰੇ ਤੋਂ 10-15 ਸਾਲ ਪਹਿਲਾਂ ਆ ਜਾਣੀ ਚਾਹੀਦੀ ਸੀ। ਇਹਦੇ ਵਿੱਚੋਂ ਜਿੰਨੀਆਂ ਨਜ਼ਮਾਂ ਜਾਂ ਗਜ਼ਲਾਂ ਮੈਂ ਪੜ੍ਹੀਆਂ ਨੇ ਔਰ ਬੋਲੀਆਂ ਵੀ, ਵੱਖਰੀ ਦੀ ਗੱਲ ਹੈ, ਮੈਨੂੰ ਸਭ ਕੁਝ ਬਹੁਤ ਅੱਛਾ ਲੱਗਾ। ਥੈਂਕ ਤੇ ਮੈਂ ਤੁਹਾਨੂੰ ਇਸ ਗੱਲ 'ਚ ਦੱਸਣ 'ਚ ਮੈਨੂੰ ਕੋਈ ਸ਼ਰਮ ਨਹੀਂ ਕਿ ਜ਼ਿੰਦਗੀ ਦਾ ਮੇਰਾ ਜਿਹੜਾ ਪਹਿਲਾ ਪੈਸ਼ਨ ਹੈ ਉਹ ਪੰਜਾਬੀ ਸ਼ਾਇਰੀ ਹੈ। ਚਾਹੇ ਬਾਬੇ ਫਰੀਦ ਜੀ ਦੀ ਹੋਵੇ, ਚਾਹੇ ਸ਼ਿਵ ਬਟਾਲਵੀ ਦੀ ਹੋਵੇ, ਮੇਰਾ ਮਨ ਉਹਨਾਂ ਨਾਲ ਜੁੜਿਆ। ਤੇ ਜਦ ਤੁਹਾਡਾ ਪੜ੍ਹਿਆ ਤੇ ਤੁਹਾਡੇ ਨਾਲ ਵੀ ਹੁਣ ਜੁੜ ਗਿਆ। ਥੈਂਕ ਯੂ। ਮੈਂ ਅੱਜ ਚਾਹਾਂਗਾ ਮੈਂ ਤੁਹਾਡੇ ਨਾਲ ਗੱਲਾਂ ਕਰਾਂ, ਤੁਸੀਂ ਮੈਨੂੰ ਆਪਣੀ ਨਜ਼ਮਾਂ ਸੁਣਾਓ। ਤਾਂ ਮੇਰਾ ਪਹਿਲਾ ਸਵਾਲ ਤਾਂ ਇਹ ਹੋ ਸਕਦਾ ਹੈ ਕਿ ਤੁਸੀਂ ਪਾਕਿਸਤਾਨ ਦਾ ਜਿਹੜਾ ਮਾਹੌਲ ਹੈ ਉਹ ਥੋੜ੍ਹਾ ਜਿਹਾ, ਔਰ ਲੜਕੀਆਂ ਲਈ ਪਰਟੀਕੁਲਰਲੀ ਥੋੜ੍ਹਾ ਜਿਹਾ ਪ੍ਰੋਟੈਕਟਡ ਜਿਹਾ, ਤੇ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕਿੱਥੇ ਜਨਮੇ, ਕਵਿਤਾ ਦਾ ਕਿੱਦਾਂ ਜਾਗ ਲੱਗਾ ਤੇ ਕਿੱਦਾਂ ਕਵਿਤਾ ਸ਼ੁਰੂ ਹੋਈ? ਮੈਂ ਸ਼ਿਖੂਪੁਰਾ ਦੀ ਤਹਿਸੀਲ ਹੈ ਸਫਤਰਾਬਾਦ, ਉਹਨੂੰ ਅੱਜ ਕੱਲ੍ਹ ਉਹਨੂੰ ਆਖਦੇ ਨੇ ਮੰਡੀ ਢਾਬਾ ਸਿੰਘ ਉਹਦਾ ਨਾਮ ਸੀ। ਮੈਂ ਉੱਥੇ 73 ਵਿੱਚ ਪੈਦਾ ਹੋਈ ਹਾਂ, ਜੰਮੀ ਹਾਂ। ਅਤੇ ਉੱਥੇ 10 ਸਾਲ ਦੀ ਉਮਰ ਵਿੱਚ ਮੇਰੀ ਵਾਲਦਾ ਦੀ ਡੈਥ ਹੋ ਗਈ ਜੀ। ਅਤੇ ਫਿਰ ਮੈਂ ਇੱਕ ਵਕਤ ਸੀ ਜਿਹੜਾ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਅੰਦਰ ਕੁਝ ਲਾਵਾ ਪੱਕਦਾ ਹੈ। ਯਾਨੀ ਮੈਂ ਉਹ ਚੀਜ਼ਾਂ ਜਿਹੜੀਆਂ, ਇੱਕ ਲਾਪਾ ਔਰ ਇੱਕ ਇਨਕਾਰ ਸੀ ਮੇਰੀ ਰੂਹ ਦੇ ਅੰਦਰ। ਯਾਨੀ ਮੈਨੂੰ ਲੱਗਦਾ ਸੀ ਕਿ ਇਹ ਗਲਤ ਹੋ ਰਿਹਾ ਹੈ, ਇਹ ਕਿਉਂ ਹੋ ਰਿਹਾ ਹੈ। ਅਤੇ ਜੇ ਉਹ ਮੇਰੇ ਨਾਲ ਵਾਪਰਦੀ ਸੀ ਜਾਂ ਮੈਨੂੰ ਕਿਹਾ ਜਾਂਦਾ ਸੀ ਕਿ ਕੋਈ ਗੱਲ ਨਹੀਂ, ਯਾਨੀ ਸਾਡੀ ਸੁਸਾਇਟੀ 'ਚ ਅਕਸਰ ਯਾਨੀ ਉਸ ਵੇਲੇ, ਹੁਣ ਮਾਹੌਲ ਬਹੁਤ ਬਦਲ ਗਿਆ। ਹਾਂਜੀ, ਉਦੋਂ ਇਹ ਸੀ ਕਿ ਇਹ ਕੰਮ ਤੁਸੀਂ ਨਹੀਂ ਕਰ ਸਕਦੀਆਂ, ਤੁਹਾਡਾ ਭਰਾ ਕਰ ਸਕਦਾ ਹੈ। ਇਹ ਚੀਜ਼ ਜਿਹੜੀ ਹੈ ਇਹ ਇੱਥੇ ਤੁਸੀਂ ਨਹੀਂ ਜਾ ਸਕਦੀਆਂ, ਇੱਥੇ ਤੁਹਾਡਾ ਭਰਾ ਜਾ ਸਕਦਾ ਹੈ। ਇਹ ਬੂਹੇ 'ਚ ਤੁਸੀਂ ਨਹੀਂ ਖਲੋ ਸਕਦੀਆਂ, ਤੁਹਾਡਾ ਭਰਾ ਖਲੋ ਸਕਦਾ ਹੈ। ਯਾਨੀ ਉਹ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਮੈਨੂੰ ਲੱਗਦਾ ਸੀ ਕਿ ਇਹ ਮੈਨੂੰ ਕੁਝ ਖਾਸ ਬਣਾ ਰਹੀਆਂ ਨੇ। ਅੱਛਾ, ਤੁਹਾਡੇ ਅੰਦਰ? ਹਾਂਜੀ, ਮੈਨੂੰ ਕੁਝ ਖਾਸ ਬਣਾ ਰਹੀਆਂ ਨੇ, ਚੇਂਜਿਸ ਆ ਰਹੀਆਂ, ਔਰ ਮੈਂ ਉਹਨਾਂ ਤੋਂ ਬਾਗੀ ਹੋ ਰਹੀ ਹਾਂ। ਅੱਛਾ, ਬਾਗੀ ਹੋ ਰਹੀ ਹਾਂ ਕਿ ਮੈਂ ਸਭ ਕੁਝ ਜਿਹੜਾ ਹੈ ਇਹ ਇੰਝ ਨਹੀਂ ਹੋਣਾ ਚਾਹੀਦਾ। ਇੱਕ ਔਰਤ ਲਈ ਬਾਗੀ ਹੋਣਾ ਬਹੁਤ ਵੱਡਾ ਗੁਨਾਹ ਸਾਡੇ ਸਮਾਜ ਸਮਝਿਆ ਜਾਂਦਾ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਜੀ ਜੀ। ਤੁਹਾਡੇ ਪਹਿਲੇ ਦੌਰ ਜਿਹੜੀਆਂ ਨਜ਼ਮਾਂ ਪੈ ਹੋਈਆਂ ਇਹ ਬਗਾਵਤ ਤੋਂ ਪੈਦਾ ਹੋਈਆਂ? ਨਹੀਂ, ਸੌਰੀ, ਬਗਾਵਤ ਮੈਂ ਥੋੜਾ ਸਖਤ ਜਿਹਾ ਲਫ਼ਜ਼ ਵਰਤਿਆ, ਬੰਦਸ਼ਾਂ ਕਹਿ ਲਓ, ਰੁਕਾਵਟਾਂ ਕਹਿ ਲਓ, ਉਹਨਾਂ 'ਚੋਂ ਪੈਦਾ ਹੋਈਆਂ। ਉਹਦੇ 'ਚ ਮੈਂ ਉਹ ਇੱਕ ਯਾਨੀ ਨੋਰਮਲੀ ਮੈਨੂੰ ਲੱਗਦਾ ਸੀ ਕਿ ਮੈਂ ਰਿਦਮ 'ਚ ਹਾਂ, ਅਤੇ ਮੈਂ ਜਿਹੜੀ ਗੱਲ ਕਰਨੀ ਆ ਉਹ ਰਿਦਮ 'ਚ ਹੁੰਦੀ ਹੈ। ਮੈਨੂੰ ਕੋਈ ਅਰੂਜ਼ ਵਗੈਰਾ ਦੀ ਸਾਰੀ ਕੋਈ ਨਾ, ਚੂੰਕਿ ਮੈਂ ਪਿੰਡ 'ਚ ਰਹਿੰਦੀ ਸੀ, ਨਾ ਹੀ ਉੱਥੇ ਕੋਈ ਉਹ ਮਾਹੌਲ ਸੀ ਅਦਬੀ, ਨਾ ਕੁਝ ਇਸ ਤਰ੍ਹਾਂ ਦਾ ਕੰਮ ਸੀ। ਲੇਕਿਨ ਉਹ ਮੈਂ ਲਿਖਦੀ ਸੀ, ਉਹ ਜੋ ਟੁੱਟਾ ਭੱਜਾ ਲਿਖਦੀ ਸੀ। ਉਸ ਦੌਰ ਵਿੱਚ ਇੱਕ ਅਖਬਾਰ ਸੀ ਨਿਦਾਏ ਅਵਾਮ, ਸਾਡੇ ਢਾਬਾ ਤੋਂ ਛਾਇਆ ਹੁੰਦੀ ਸੀ। ਤੇ ਇਤਫਾਕਨ ਜਿਹੜੇ ਉਹਦੇ ਐਡੀਟਰ ਸਨ, ਉਹ ਮੇਰੀ ਤੁਹਾਨੂੰ ਅੱਜ ਯਾਦ ਹੈ ਕਿ ਪਹਿਲੀ ਨਜ਼ਮ ਜਾਂ ਜੋ ਵੀ ਤੁਸੀਂ ਪਹਿਲੀ ਕ੍ਰੀਏਸ਼ਨ ਕੀਤੀ ਸੀ ਉਹ ਕੀ ਸੀ? ਉਹ ਇਹ ਸੀ ਜਿਹੜੇ ਸਾਡੇ ਹਰੂਫੇ ਤਹਜੀ ਨੇ, ਇਹਨਾਂ 'ਤੇ ਉਹ ਬਾਲਾਂ ਵਾਲੀਆਂ ਸਨ ਚੀਜ਼ਾਂ। ਯਾਨੀ ਸਪੋਜ਼ ਉਹ ਇੱਕ ਦੋ ਚਸ਼ਮੀ ਹੈ ਸਾਡੇ, ਹਾਹਾ ਜਿਹਨੂੰ ਤੁਸੀਂ ਆਖਦੇ ਹੋ, ਅਤੇ ਉਹ ਦੋ ਚਸ਼ਮੀ ਹੈ ਸੀ। ਅਤੇ ਉਹਨੇ ਮੈਨੂੰ ਬੜਾ ਇੰਸਪਾਇਰ ਕੀਤਾ। ਹਾਂਜੀ, ਉਹਦੇ 'ਤੇ ਸੀ ਮੇਰੀ ਕਿ ਇਹ ਹੈ ਕਹਾਂ ਸੇ ਆਇਆ ਹੈ ਜਿਸਨੇ ਚਸ਼ਮਾ ਲਗਾਇਆ ਹੈ। ਯਾਨੀ ਉਹਦੇ ਜਿਹੜੇ ਉਹ ਦੋ ਸਨ, ਉਹ ਮੈਨੂੰ ਲੱਗਦਾ ਸੀ ਕਿ ਉਹਨੇ ਐਨਕ ਲਾਈ ਹੈ, ਐਨਕ ਤਾਂ ਨਹੀਂ ਵੇਖਦਾ ਹੈ ਮੈਨੂੰ। ਪੰਜਾਬੀ ਦੀ ਸ਼ਾਇਰੀ ਦਾ ਝੁਕਾਅ ਕਿੱਦਾਂ ਹੋਇਆ? ਪੰਜਾਬੀ ਯਾਨੀ ਇੱਕ ਤਾਂ ਉਹ ਮੇਰੀ ਮਦਰ ਲੈਂਗੁਏਜ ਤੇ ਹੈ ਹੀ ਹੈ, ਮਾਂ ਬੋਲੀ ਸੀ, ਔਰ ਉਹਦੇ ਨਾਲ ਫਿਤਰੀ ਤੌਰ 'ਤੇ ਮੇਰਾ ਬਣਦਾ ਸੀ। ਹੁਣ ਜਦੋਂ ਪਹਿਲੀ ਗੱਲ ਹੁੰਦੀ ਹੈ ਨਾ, ਜੇ ਪੰਜਾਬ ਚਾਹੇ ਇੱਧਰ ਹੋਵੇ ਉੱਧਰ ਹੋਵੇ ਹੁੰਦੀ, ਤਾਂ ਪੰਜਾਬੀ 'ਚ
ਇਹ ਸਹੀ ਹੈ ਕਿ ਤੁਸੀਂ ਹਿੰਦੀ ਪੜ੍ਹਦੇ ਹੋ, ਤੁਹਾਡੇ ਬੰਨੇ ਉਰਦੂ ਪੜ੍ਹਾਇਆ ਜਾਂਦਾ ਹੈ। ਹਾਂਜੀ, ਉਹ ਜਦੋਂ ਇੱਕ ਸਾਡੀ ਜਿਹੜੀ ਇਲਮੀ ਜ਼ੁਬਾਨ ਪਹਿਲੀ ਹੈ। ਹਾਂਜੀ ਨਹੀਂ ਉਹਦੇ 'ਚ ਇਹ ਹੁੰਦਾ ਹੈ ਕਿ ਸਾਡੀ ਜਿਹੜੀ ਪਹਿਲੀ ਕਵਿਤਾ ਸਾਡੀ ਨਜ਼ਰ ਵਿੱਚੋਂ ਗੁਜ਼ਰਦੀ ਹੈ ਉਹ ਉਰਦੂ ਹੁੰਦੀ ਹੈ। ਤਾਂ ਲਾਜ਼ਮੀ ਤੌਰ 'ਤੇ ਸਾਡਾ ਚੂੰਕਿ ਸਾਡੀ ਜਿਹੜੀ ਅਰਲੀ ਐਜੂਕੇਸ਼ਨ ਹੈ ਪੰਜਾਬ ਦੀ ਉਹ ਪੰਜਾਬੀ 'ਚ ਨਹੀਂ ਹੈ। ਉਹ ਸਾਡੀ ਜਿਹੜੀ ਉਹ ਨਜ਼ਮ ਜਿਹੜੀਆਂ ਸਾਡੇ ਸਿਲੇਬਸ 'ਚ ਨਜ਼ਮਾਂ ਆਉਂਦੀਆਂ ਨੇ ਜਿਹੜੀਆਂ ਸਾਨੂੰ ਇੰਸਪਾਇਰ ਕਰਦੀਆਂ ਟੱਚ ਕਰਦੀਆਂ ਨੇ ਉਹ ਚੂੰਕਿ ਉਰਦੂ 'ਚ ਹੁੰਦੀਆਂ ਨੇ। ਮੈਂ ਚਾਹਾਂਗਾ ਤੁਸੀਂ ਉਹ ਕਵਿਤਾ ਜਦ ਤੁਸੀਂ ਮਹਿਸੂਸ ਕੀਤਾ ਕਿ ਹੁਣ ਮੈਂ ਸ਼ਾਇਰਾ ਬਣ ਗਈ ਹਾਂ ਪੰਜਾਬੀ ਦੀ, ਕਿਹੜੀ ਕਵਿਤਾ ਸੀ ਜਿਹਦੇ ਨਾਲ ਤੁਹਾਡੇ ਜਜ਼ਬੇ ਉਹਨਾਂ ਉਸ ਨੂੰ 17 ਨਾਲ ਤੁਸੀਂ ਉਹ ਮੈਂ 89 ਉਸ ਦੌਰ 'ਚ ਵੀ ਮੈਂ ਉਰਦੂ ਲਿਖਦੀ ਸੀ, ਫਿਰ ਉਰਦੂ ਲਿਖਦੀ ਰਹੀ। ਜਿਹੜੀ ਮੇਰੀ ਪੰਜਾਬੀ ਪਹਿਲੀ ਸੀ ਉਹ ਨਜ਼ਮ ਸੀ ਮੈਂ ਕਹੀ ਉਹਨਾਂ ਦਿਨਾਂ 'ਚ ਮੈਂ ਸ਼ਖੂਪੁਰਾ ਕੈਕਸ਼ਾ ਵਰਲਡ ਮਾਡਲ ਸਕੂਲ 'ਚ ਜੋਬ ਕਰਦੀ ਸੀ ਅਤੇ ਉੱਥੇ ਮੈਂ ਯਾਨੀ ਇੱਕ ਸਾਡੇ ਜਿਹੜੇ MD ਸਨ ਉਹ ਇੱਕ ਦਿਨ ਗੱਲ ਕਰ ਰਹੇ ਸਨ ਅਤੇ ਉਹ ਯਾਨੀ ਉਹ ਮੈਨੂੰ ਬੜੀ ਉਹ ਟੱਚ ਕੀਤੀ ਉਹ ਗੱਲ ਸੀ ਕਿ ਸਾਡੇ ਜਸਟਿਸ ਜਵਾਦ ਸਨ, ਉਹਨਾਂ ਨੇ ਕਿਹਾ ਸੀ ਕਿ पार्लियामेंट अदलिया और हम आवाम के तनख्वाहदार नौकर हैं। तो ਉਹਦੇ ਤੋਂ ਮੈਂ ਯਾਨੀ ਉਹ ਜਿਹੜੀ ਨਜ਼ਮ ਸੀ ਉਹ ਪਹਿਲੀ ਜਿਹੜੀ ਲਿਖੀ ਸੀ ਕਿ ਇੱਦਾਂ ਸੀ ਕਿ ਉਹਦੇ 'ਚ ਇੱਕ ਥੋੜ੍ਹਾ ਜਿਹੜਾ ਮੇਰੇ ਜ਼ਿਹਨ 'ਚ ਆ ਰਿਹਾ ਹੈ ਉਹ ਸੀ ਕਿ ਸੁਣਿਆ ਪਾਰਲੀਮੈਂਟ ਅਦਲੀਆ ਹੈ ਸਾਡੀ ਨੌਕਰ, ਆਹੋ ਜੀ ਮਾਲਕ ਮਾੜੇ ਨੌਕਰ ਉੱਚੇ। ਅਤੇ ਉਹ ਇੱਦਾਂ ਕਰਕੇ ਮੈਂ ਲਿਖੀ ਸੀ। ਫਿਰ ਉਹ ਜਿਹੜੇ ਹੈ ਸਨ ਸਾਡੇ ਉੱਥੇ ਸ਼ੇਖ ਜਮੀਲ ਸਾਹਿਬ ਸਨ ਜਿਹੜੇ ਓਨਰ ਸਨ ਸਕੂਲ ਦੇ, ਅਤੇ ਉਹਨਾਂ ਨੇ ਬੜਾ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਤਾਹਿਰਾ ਜੀਆਂ ਜਿਹੜੀਆਂ ਸੂਝਵਾਨਾਂ ਨੇ ਸਾਡੇ ਇੱਥੇ ਨੇ ਅਤੇ ਅਸੀਂ ਆਪਣਾ ਜਿਹੜੀ ਇਲੈਕਸ਼ਨ ਕੰਪੇਨ ਹੈ ਉਹਦਾ ਹਿੱਸਾ ਬਣਾਵਾਂਗੇ ਇਸ ਨਜ਼ਮ ਨੂੰ ਤਾਹਿਰਾ ਦੇ ਨੂੰ। ਉੱਥੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਕੋਈ ਚੰਗਾ ਕੰਮ ਕਰ ਰਹੀ ਹਾਂ। ਯਾਨੀ ਉਹ ਤੋਂ ਪਹਿਲੇ ਤਾਂ ਮੈਂ ਇਹਨੂੰ ਇੱਕ ਜੁਰਮ ਹੀ ਸਮਝਦੀ ਸਾਂ। ਇਹ ਪਲ ਮੇਰੇ ਲਈ ਬਹੁਤ ਖਾਸ ਹੈ। I've waited for this moment my entire life. ਕਹਿਣ ਨੂੰ ਤਾਂ ਬਹੁਤ ਕੁਝ ਹੈ, but words can't express my joy. It's more than a carb to me. Thanks to Basant Motors for introducing us. ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified. Samosa and Sweet Factory, 1850 Albion Road, Unit 6, Etobicoke. Call 416-241-2600 or 416-213-1165. डिक्सी ते स्टील दे कोल 9057922090 टाइल लैंड डिपो। Woodbine Hotel and Suites exceptional hospitality at an economical price. Located close to the Toronto Pearson International Airport and connected to a large banquet and conventions facility. Luxurious accommodation and complimentary breakfast, free parking and free Wi-Fi. We will ensure that your stay with us is a fabulous one. For reservations, visit woodbinehotels.com or call today at 416-743-9997. ਦੁੱਖ ਸੁੱਖ ਜੀਉਣ ਦੇ ਨਾਲ ਬਣੇ ਨੇ। ਜੇਕਰ ਹੈਲਥ ਇਸ਼ੂਜ਼ ਨੇ ਆ ਘੇਰਿਆ ਤਾਂ ਹੋਮਿਓਪੈਥੀ ਦੀ ਅਨਮੋਲ ਦਾਤ ਆਪਣੀ ਝੋਲੀ ਵਿੱਚ ਪਾਓ। ਨਾਮਰਤ ਬਿਮਾਰੀਆਂ ਹੋਣ ਜਾਂ ਹੋਰ ਮਸਲੇ, ਨਵਜਾਤ ਬੱਚੇ ਹੋਰ ਐਕਸਪੈਕਟੈਂਟ ਮਾਵਾਂ ਵਾਸਤੇ ਵੀ ਹੋਮਿਓਪੈਥੀ ਪੂਰਨ ਸੁਰੱਖਿਅਤ ਹੈ ਜੀ। ਕਿਸੇ ਵੀ ਨਵੀਂ ਜਾਂ ਪੁਰਾਣੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸਾਡੇ ਨਾਲ ਸੰਪਰਕ ਕਰੋ। ਹੈਗੀਆਂ ਨੇ ਤੁਮਾਂ ਹੁਣ ਸ਼ਹਿਰ ਵਿੱਚ ਸਾਰੇ ਵਿਜ਼ਨ ਐਕਸਪ੍ਰੈਸ। ਵਿਜ਼ਨ ਐਕਸਪ੍ਰੈਸ ਤੁਹਾਡੀ ਸੇਵਾ ਲਈ ਪ੍ਰੋਫੈਸ਼ਨਲ ਕੇਅਰ ਲੈ ਕੇ ਹਾਜ਼ਰ ਹਨ ਤੇ ਪਪੂਲਰ ਡਿਜ਼ਾਈਨਰ ਆਈਵੇਅਰ ਐਟ ਗ੍ਰੇਟ ਵੈਲਿਊ। ਵਿਜ਼ਨ ਐਕਸਪ੍ਰੈਸ।
ਆਯੁਰਵੇਦਾ ਦੁਨੀਆ ਦਾ ਸਭ ਤੋਂ ਪੁਰਾਣਾ ਮੈਡੀਕਲ ਸਿਸਟਮ ਹੈਗਾ। ਜੇ ਤੁਸੀਂ ਕਿਸੇ ਵੀ ਰੋਗ ਤੋਂ ਪੀੜਿਤ ਹੋ, ਜਿਵੇਂ ਗੋਡਿਆਂ ਦਾ ਦਰਦ, ਸ਼ੂਗਰ, ਅਲਸਰਾਟਿਵ ਕੋਲਾਈਟਿਸ ਜਾਂ ਫਿਰ ਕੋਈ ਵੀ ਚਮੜੀ ਦਾ ਰੋਗ ਹੋਵੇ ਜਿਵੇਂ ਸਫੇਦ ਦਾਗ, ਸੋਰਾਇਸਿਸ, ਐਗਜ਼ੀਮਾ ਆਦि, ਇਹ ਸਾਰੀ ਬਿਮਾਰੀਆਂ ਦੇ ਆਯੁਰਵੈਦਿਕ ਇਲਾਜ ਲਈ ਫੌਰਨ ਸੰਪਰਕ ਕਰੋ। ਆਯੁਰਵੈਦਿਕ ਕੰਸਲਟੈਂਟ ਡਾਕਟਰ ਹਰੀਸ਼ ਵਰਮਾ, BAMS ਗੋਲਡ ਮੈਡਲਿਸਟ, 2250 ਬੋਵੇ ਡਰਾਈਵ ਈਸਟ, ਯੂਨਿਟ 601, ਬੈਂਪਟਨ, ਜਾਂ ਫੋਨ ਕਰੋ 4168041500। ਤੁਸੀਂ ਨਜ਼ਮਾਂ ਸ਼ੁਰੂਆਤ ਹੋਈਆਂ ਤੋਂ ਨਰਮੇ ਹੁੰਦੀਆਂ, ਤੁਸੀਂ ਕਿਸ ਮੋੜ ਤੇ ਜਾ ਕੇ ਮਹਿਸੂਸ ਕੀਤਾ ਕਿ ਯਾਰ ਮੇਰੀ ਕਵਿਤਾ 'ਚ ਵੀ ਗੱਲ ਹੈਗੀ ਆ, ਜਾਂ ਤੁਹਾਨੂੰ ਕਿਸੇ ਨੇ ਬਾਹਰੋਂ ਆ ਕੇ ਦੱਸੇ ਕੁੜੀਏ ਤੇਰੇ ਵਿੱਚ ਬਹੁਤ ਅੱਛੀ ਗੱਲ ਹੈ? ਹਾਂਜੀ, ਉਹ ਇਸ ਤਰ੍ਹਾਂ ਸੀ ਕਿ ਪਾਸ ਦਫਾ ਇੱਦਾਂ ਹੁੰਦਾ ਹੈ ਕਿ ਅਸੀਂ ਜਿਹੜੀ ਇੱਕ ਵਕਤ ਹੁੰਦਾ ਜਦੋਂ ਅਸੀਂ ਮੁਸ਼ਾਹਦਾਤੀ ਸ਼ਾਇਰੀ ਲਿਖਦੇ ਹਾਂ, ਅਸੀਂ ਦੂਜਿਆਂ ਨੂੰ ਵੇਖਦੇ ਹਾਂ, ਉਹਨਾਂ ਦੇ ਦੁੱਖ ਦਰਦ ਜਿਹੜੇ, ਔਰ ਇੱਕ ਵੇਲਾ ਆਉਂਦਾ ਜਦੋਂ ਸਾਡੇ ਤੇ ਆਪਣੇ ਤੇ ਵਾਪਰਦੀਆਂ ਨੇ, ਜਦੋਂ ਆਪਣੇ ਤੇ ਵਾਪਰਦੀਆਂ ਨੇ ਉਸ ਤੋਂ ਬਾਅਦ ਜਿਹੜੀ ਯਾਨੀ ਸਾਡੇ ਅੰਦਰੋਂ ਜਿਹੜੀ ਫੁੱਟਦੀ ਹੈ ਜਿਹੜੀ ਸ਼ੈ, ਤੇ ਉਹ ਇਸ ਤਰ੍ਹਾਂ ਹੀ ਸੀ ਕਿ 2013 'ਚ ਮੇਰੀ ਸੈਪਰੇਸ਼ਨ ਹੋ ਗਈ, ਤੇ ਉਸ ਤੋਂ ਬਾਅਦ ਬਹੁਤ ਸਾਰੇ ਮਸਾਇਲ ਸਨ ਜਿਨ੍ਹਾਂ ਦਾ ਮੈਨੂੰ ਉਸ ਤੋਂ ਪਹਿਲੇ ਵੀ ਜਿਹੜੀ ਮੈਂ ਯਾਨੀ ਇੱਕ ਸਾਡੀ ਆਮ ਔਰਤ ਦੇ ਨਾਲ ਜੋ ਹੁੰਦਾ ਸੀ ਉਹ ਹੁੰਦਾ ਹੈ, ਔਰ ਮੈਂ ਉਹਦਾ ਇਨਕਾਰ ਕੀਤਾ ਕਿ ਇਹ ਜ਼ਬਰ ਮੈਂ ਨਹੀਂ ਸਹਿਣਾ। ਬਿਲਕੁਲ। ਤੇ ਮੈਂ ਹਾਂਜੀ, ਉਹ ਮੈਂ ਫਿਰ ਖੁਲਾ ਲਿਆ। ਮੈਂ ਕਿਹਾ ਮੈਂ ਨਹੀਂ, ਜਿਸ ਸ਼ਖਸ ਦੇ ਨਾਲ ਮੈਂ ਕੰਫਰਟ ਫੀਲ ਨਹੀਂ ਕਰਦੀ ਮੈਂ ਉਹਦੇ ਨਾਲ ਨਹੀਂ ਰਹਿਣਾ। ਉਹ ਮੈਂ ਜਦੋਂ ਅਲੱਗ ਹੋਈ ਹਾਂ ਉਸ ਤੋਂ ਬਾਅਦ ਜਿਹੜਾ ਫਿਰ ਮੈਂ ਜਦੋਂ ਦੁਨੀਆ ਵੱਲ ਵੇਖਿਆ, ਹਰ ਇੱਧਰ ਉੱਧਰ ਆਪਣੇ ਚਾਰ ਚਫੇਰੇ, ਤੇ ਮੈਂ ਜਦੋਂ ਮੈਨੂੰ ਲੱਗਾ ਕਿ ਮੇਰੇ ਦੁੱਖ ਤੇ ਬੜੇ ਨਿੱਕੇ ਨੇ, ਮੇਰੇ ਤੋਂ ਵੀ ਅੱਗੇ ਨੇ, ਔਰ ਮੈਂ ਉਸ ਦੁੱਖ ਨੂੰ ਜਿਹੜਾ ਹੈ ਆਪਣੇ ਦੁੱਖ ਨੂੰ ਪਿਛਾਂ ਸੁੱਟ ਕੇ ਮੈਂ ਔਰਤ ਦੇ ਦੁੱਖ ਨੂੰ ਲੈ ਕੇ ਅੱਗੇ ਆਈ। ਤੁਹਾਡੀ ਥੀਮ ਇਸ ਕਿਤਾਬ ਦਾ ਬੇਸਿਕਲੀ ਉਹਨਾਂ ਲਾਈਨਾਂ ਤੇ ਜੀ ਕਿ ਮੈਂ ਔਰਤ ਦੇ ਦੁੱਖ ਨੂੰ ਲੈ ਕੇ ਅੱਗੇ ਆਈ, ਤੇ ਮੈਨੂੰ ਲੱਗਾ ਕਿ ਮੈਂ ਲੱਖਾਂ ਔਰਤਾਂ ਦੀਆਂ ਪ੍ਰੈਜ਼ੈਂਟ ਕਰਨੀ ਆ, ਉਹਨਾਂ ਦੀ ਗੱਲ ਕਰਦੀ ਆ, ਉਹਨਾਂ ਦੇ ਹੱਕ ਦੀ ਗੱਲ ਕਰਨੀ ਆ, ਤਾਂ ਮੇਰੇ 'ਚੋਂ ਲੱਖਾਂ ਜ਼ਨਾਨੀਆਂ ਦੀ ਤਾਕਤ ਆ ਗਈ। ਵਾਹ। ਫਿਰ ਮੈਂ ਨਹੀਂ ਮੁੜ ਕੇ ਵੇਖਿਆ, ਮੈਂ ਆਪਣਾ ਅੰਦਰ ਖੋਲ ਕੇ ਰੱਖ ਦਿੱਤਾ ਸਾਰਾ ਜਿਹੜਾ ਤੁਸੀਂ ਇੱਕ ਨਜ਼ਮ ਸੁਣਾਓ ਇਸੇ ਬਾਰੇ ਕੋਈ ਹੈ ਜਿਹੜੇ? ਜੀ ਉਹ ਇੱਕ ਫਿਰ ਮੈਂ ਯਾਨੀ ਔਰਤ ਦਾ ਮੁਕੱਦਮਾ ਜਿਹੜਾ ਉਹ ਪੇਸ਼ ਕੀਤਾ। ਔਰਤ ਦਾ ਮੁਕੱਦਮਾ, ਉਹਦੇ 'ਚ ਮੈਂ ਕਿ 9 ਮਹੀਨੇ ਕੁੱਖੇ ਰੱਖਾਂ, ਮੌਤ ਦੇ ਮੂੰਹ 'ਚੋਂ ਮੁੜ ਕੇ ਜੰਮਾਂ, ਰੱਤ ਚੁੰਘਾ ਕੇ ਪਾਲਾਂ ਪੋਸਾਂ। 9 ਮਹੀਨੇ ਕੁੱਖੇ ਰੱਖਾਂ, ਮੌਤ ਦੇ ਮੂੰਹ 'ਚੋਂ ਮੁੜ ਕੇ ਜੰਮਾਂ, ਰੱਤ ਚੁੰਘਾ ਕੇ ਪਾਲਾਂ ਪੋਸਾਂ। ਵਲਦੀਅਤ ਦੇ ਖਾਨੇ ਦੇ ਵਿੱਚ ਉਹਦਾ ਨਾ ਕਿਹੜਾ ਮੇਰਾ ਕਰੇ ਨਿਆ। ਸੋਹਣਿਆ ਰੱਬਾ, ਡਾਢਿਆ ਰੱਬਾ, ਤੂੰ ਆਦਮ ਦਾ ਬੁੱਤ ਬਣਾਇਆ, ਉਹਦੀ ਪਸਲੀ ਵਿੱਚੋਂ ਮੁੜ ਕੇ ਮੈਨੂੰ ਕੱਢਿਆ, ਮੈਨੂੰ ਬੇਣਿਆਂ ਜੋਗੀ ਛੱਡਿਆ। ਪਸਲੀ ਵਿੱਚੋਂ ਨਿਕਲੀ ਏ ਤੇ ਪਸਲੀ ਵਾਂਗੀ ਟੇਢੀ ਏ, ਮੇਰੇ ਲਈ ਕੀ ਤੇਰੇ ਕੋਲੋਂ ਮੁੱਠ ਮਿੱਟੀ ਵੀ ਨਹੀਂ ਪੁੱਜੀ। ਸੋਹਣਿਆ ਰੱਬਾ, ਡਾਢਿਆ ਰੱਬਾ, ਉਹਦਿਆ ਰੱਬਾ। ਬਹੁਤ ਜੋ ਤੁਸੀਂ ਮੇਰੇ ਨਾਲ ਪਹਿਲਾਂ ਗੱਲ ਕਰ ਰਹੇ ਸੀ, ਉਹ ਛਲਕਦਾ ਕਵਿਤਾ 'ਚ ਉਹੀ ਗੱਲ। ਅੰਮ੍ਰਿਤਾ ਪ੍ਰੀਤਮ ਨੇ ਵੀ ਆਪਣੇ ਵੇਲੇ ਮੇਰੇ ਖਿਆਲ ਪੰਜਾਬੀ ਦੀ ਪਹਿਲੀ ਸ਼ਾਇਰਾ ਸੀ ਜਿਹਨੇ ਕਿ ਸਮੇਂ ਦੇ ਵਿਰੁੱਧ ਆਪਣਾ ਸਿਰ ਉੱਚਾ ਕੀਤਾ। ਤੁਸੀਂ ਆਪਣੇ ਨਿੱਜ ਬਾਰੇ ਵੀ ਥੋੜ੍ਹੀ ਜਿਹੀ ਇਸ਼ਾਰਾ ਕੀਤਾ। ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡੀ ਉਮਰ ਦੀਆਂ ਬੱਚੀਆਂ, ਨੌਜਵਾਨ ਬੀਬੀਆਂ, ਉਹ ਆਪਣਾ ਰਾਹ ਖੁਦ ਬਣਾ ਰਹੀਆਂ ਨੇ। ਤੁਸੀਂ ਜਿਸ ਮੁਕਾਮ ਤੇ ਹੋ, ਕੀ ਕਰਦੇ ਹੋ, ਕਿਵੇਂ ਆਪਣਾ ਤੁਹਾਡਾ ਕਾਰੋਬਾਰ ਕੀ ਕਰਦਾ? ਮੈਂ ਜੀ ਗਵਰਨਮੈਂਟ ਟੈਕਨੀਕਲ ਟ੍ਰੇਨਿੰਗ ਸੈਂਟਰ ਸਾਡੇ ਵੋਕੇਸ਼ਨਲ ਕਾਲਜ ਨੇ, ਉਹਦੇ 'ਚ ਮੈਂ ਐਜ਼ ਅ ਟ੍ਰੇਡ ਇੰਸਟਰਕਟਰ ਕੰਮ ਕਰ ਰਹੀ ਹਾਂ। ਤੇ ਆਪਣਾ ਜਿਹੜਾ ਜਿਹੜੀ ਆਪਣੇ ਬੱਚੇ ਨੇ ਉਹਨਾਂ ਦਾ ਜਿਹੜਾ ਰੋਜ਼ੀ ਰੋਟੀ ਦਾ ਜਿਹੜਾ ਉਹ ਉੱਥੋਂ ਹੋ ਰਿਹਾ ਹੈ। ਤੇ ਬਾਕੀ ਇਹ ਤੇ ਮੇਰਾ ਪੈਸ਼ਨ ਹੈ ਨਾ, ਇਹ ਮੇਰਾ ਪੈਸ਼ਨ। ਕਦੀ ਨਾ ਤੁਸੀਂ ਸੁੱਤੇ ਪਏ ਹੋ, ਤੁਹਾਨੂੰ ਇੱਕਦਮ ਜਾਗ ਆਈ ਤੇ ਤੁਹਾਨੂੰ ਅਹਿਸਾਸ ਹੋਇਆ ਮੇਰੇ ਅੰਦਰੋਂ ਕੁਝ ਨਿਕਲਣ ਲੱਗਾ ਤੇ ਪੈਨ ਫੜ ਕੇ ਬਹਿ ਗਏ, ਕੋਈ ਇਸ ਤਰ੍ਹਾਂ ਵੀ ਕਦੀ ਹੋਇਆ ਤੁਹਾਡੇ ਨਾਲ?
ਉਹ ਤੇ ਹੁੰਦਾ ਹੈ ਕਿ ਇਹ ਜਿਹੜੀ ਇਹ ਵਾਰਦਾਤ ਹੈ ਇਸ ਤਰ੍ਹਾਂ ਹੀ ਹੈ ਨਾ ਕਿ ਤੁਸੀਂ ਕਿਤੇ ਜਾਣ ਡਏ ਜੇ, ਤੁਸੀਂ ਕਿਸੇ ਕੰਮ ਵਿੱਚ ਲੱਗੇ ਜੇ, ਤੁਸੀਂ ਸੁੱਤੇ ਜੇ ਤੇ ਤੁਹਾਨੂੰ ਤੁਹਾਡੇ ਅੰਦਰ, ਕਿਉਂਕਿ ਜਿਹੜੀ ਇਹ ਚੀਜ਼ ਹੈ ਤੁਹਾਡੇ ਅੰਦਰ ਪੱਕਦੀ ਰਹਿੰਦੀ ਹੈ। ਉਹ ਇੱਕ ਵਕਤ ਹੁੰਦਾ ਹੈ ਜਦੋਂ ਉਹਨੇ ਫੁੱਟ ਕੇ ਬਾਹਰ ਨਿਕਲਣਾ ਹੁੰਦਾ ਹੈ। ਉਹ ਫੁੱਟਣ ਦਾ ਵਕਤ ਕੋਈ ਵੀ ਹੋ ਸਕਦਾ, ਵੇਲਾ ਉਹ ਸੁੱਤਿਆਂ ਉੱਠ ਕੇ ਵੀ ਹੋ ਸਕਦਾ ਹੈ, ਉਹ ਦੁਨੀਆਦਾਰੀ ਦੇ ਕੰਮ ਕਰਦਿਆਂ ਵੀ ਉਹ ਵੇਲਾ ਆ ਸਕਦਾ ਹੈ। ਉਹਦੇ ਵਾਸਤੇ ਕੋਈ ਯਾਨੀ ਨਸਰਲੀ ਤੇ ਅਸੀਂ ਕਹਿੰਦੇ ਆ ਨਾ ਕਿ ਅਸੀਂ ਬਾਕਾਇਦਾ ਤਿਆਰੀ ਨਾਲ ਕਾਗਜ਼ ਪੈਨਸਲ ਲੈ ਕੇ ਬਹਿ ਜਾਂਦੇ ਆ ਕਿਸੇ ਤੁਹਾਡੇ ਤੁਸੀਂ ਕਹਿਣਾ ਚਾਹੁੰਦੇ ਕਿ ਕਵਿਤਾ ਜਦੋਂ ਤੁਹਾਨੂੰ ਕਹਿੰਦੀ ਉੱਠ ਕੁੜੀਏ ਲਿਖ ਤੇ ਮੈਂ ਲਿਖ ਦਿੰਦੀ ਆ। ਬਾਕੀ ਮੈਂ ਕਾਫੀਆ ਪੈਮਾਈ ਜਾਂ ਇਹਨਾਂ ਚੱਕਰਾਂ 'ਚ ਨਹੀਂ ਪੈਂਦੀ। ਮੇਰੇ ਬਾਅਦ ਸ਼ੇਰ ਨੇ ਉਹ ਸਾਲ ਹਰ ਸਾਲ 21 ਸ਼ੇਰ ਪਿਆ ਰਹਿੰਦਾ ਹੈ। ਯਾਨੀ ਮੈਂ ਕਦੀ ਕੋਸ਼ਿਸ਼ ਕਰਕੇ ਉਹਨੂੰ ਗਜ਼ਲ ਨਹੀਂ ਕੀਤਾ। ਉਹ ਜਦੋਂ ਇੱਕ ਵਕਤ ਆਉਂਦਾ ਰਹਿ ਗਿਆ ਹੈ, ਲੇਕਿਨ ਉਹ ਕਿਤੇ ਦੁਬਾਰਾ ਪੜ੍ਹਦੇ ਆ ਕੋਈ ਖਿਆਲ ਨਵਾਂ ਆ ਗਿਆ ਹੈ ਤੇ ਮੈਂ ਉਹਨੂੰ ਅੱਗੇ ਟੋਰ ਲਿਆ ਹੈ। ਅਦਰਵਾਈਜ਼ ਮੈਂ ਕਦੀ ਕੋਸ਼ਿਸ਼ ਕਰਕੇ ਜਿਹੜਾ ਹੈ ਉਹਨੂੰ, ਯਾਨੀ ਕਿਉਂਕਿ ਉਹਦੇ 'ਚ ਮੁਸ਼ਕਿਲ ਹੋ ਜਾਂਦੀ ਹੈ ਕਿ ਤੁਸੀਂ ਇਹ ਕੰਮ ਤੇ ਬਹੁਤ ਸਾਰੇ ਜਿਹੜੇ ਤਰਖਾਣ ਮਿਸਤਰੀ ਵਾਲਾ ਕਰ ਰਹੇ ਨੇ, ਜਿਹੜਾ ਇਹ ਯਾਨੀ ਇੱਕ ਲਿਖੀ ਜਾਣਾ ਤੇ ਜਦੋਂ ਤੁਸੀਂ ਇੱਕ ਗੱਲ ਕਰਨੀ ਹੈ, ਆਪਣਾ ਇੱਕ ਨਜ਼ਰੀਆ ਦੇਣਾ ਹੈ ਤੇ ਉਹਦੇ ਵਾਸਤੇ ਤੁਸੀਂ ਇੰਨਾ ਮਸ਼ੀਨੀ ਨਹੀਂ ਹੋ ਸਕਦੇ। ਬਿਲਕੁਲ ਤੁਸੀਂ ਸਹੀ ਕਿਹਾ। ਮਸ਼ੀਨੀ ਹੋਣੀ ਵਾਲੀ ਜਿਹੜੀ ਉਹ ਕਵਿਤਾ ਨਹੀਂ ਹੁੰਦੀ, ਉਹ ਕਵਿਤਾ ਘੜੀ ਹੁੰਦੀ ਹੈ। ਉਹ ਤੁਸੀਂ ਸੁਣਦੇ ਹੋ ਤੁਹਾਨੂੰ ਅਹਿਸਾਸ ਹੋ ਜਾਂਦਾ। ਹਾਂਜੀ। ਮੈਂ ਜਾਣਨਾ ਚਾਹੁੰਦਾ ਤੁਸੀਂ ਤਕਰੀਬਨ ਗੀਤ ਗਜ਼ਲ ਕਈ ਕੁਛ ਲਿਖਿਆ, ਇਹ ਗਜ਼ਲ ਹੋ ਜਾਏ ਜਿਹੜੀ ਤੁਹਾਡੀ ਮਨਪਸੰਦ ਹੋਵੇ। ਉੱਥੇ ਗਾਈਆਂ ਵੀ ਗਈਆਂ ਨੇ ਤੁਹਾਡੀਆਂ ਗਜ਼ਲ ਇੱਕ ਦੋ, ਕੋਈ ਜਿਹੜਾ ਅੱਛਾ ਲੱਗਦਾ, ਮੈਂ ਕੋਈ ਕਿੰਤੂ ਪਰੰਤੂ ਨਹੀਂ। ਸ਼ੀਸ਼ੇ ਅੱਗੇ ਬੈਠੀਆਂ, ਆਪਣੇ ਅੱਗੇ ਬੈਠੀਆਂ, ਸ਼ੀਸ਼ੇ ਅੱਗੇ ਬੈਠੀਆਂ, ਆਪਣੇ ਅੱਗੇ ਬੈਠੀਆਂ, ਅੰਦਰੋਂ ਕੁੰਡੀ ਵੱਜੀ ਏ, ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀਆਂ, ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀਆਂ, ਨੀਂਦਰ ਅੱਖਾਂ ਖਾ ਗਈ ਏ, ਨੀਂਦਰ ਅੱਖਾਂ ਖਾ ਗਈ ਏ, ਸੁਪਨੇ ਅੱਗੇ ਬੈਠੀਆਂ। ਡਾਕਟਰ ਢਿੱਲੋਂ ਐਂਡ ਐਸੋਸੀਏਟ ਦੀ ਟੀਮ ਬੀਤੇ 1.5 ਕੁ ਦਹਾਕੇ ਤੋਂ ਬਰੈਂਪਟਨ ਵਿੱਚ ਰੇ ਲਾਸਨ ਅਤੇ ਮੇਵਿਸ ਦੇ ਇਲਾਕੇ ਵਿੱਚ ਤੁਹਾਨੂੰ ਦੰਦਾਂ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਨੇ। ਹੁਣ ਉਹਨਾਂ ਨੇ ਆਪਣੀ ਦੂਸਰੀ ਲੋਕੇਸ਼ਨ 에ਅਰਪੋਰਟ ਅਤੇ ਲਕੌਸ ਦੇ ਨੁੱਕਰ ਵਿੱਚ ਖੋਲ ਦਿੱਤੀ ਹੈ। ਦੰਦਾਂ ਸੰਬੰਧੀ ਹਰ ਸੇਵਾ ਦੇ ਲਈ ਡਾਕਟਰ ਸਰਜੀਤ ਅਤੇ ਸਤਿੰਦਰ ਢਿੱਲੋਂ ਐਂਡ ਐਸੋਸੀਏਟਸ ਨੂੰ ਸੇਵਾ ਦਾ ਮੌਕਾ ਦਿਓ। ਦੇ ਸਕਦੇ ਹਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇੱਕ ਖੂਬਸੂਰਤ ਅਤੇ ਤੰਦਰੁਸਤ ਮੁਸਕਾਨ। ਕਾਰ ਦੀ ਬੋਡੀ ਵਰਕ ਤੇ ਪੇਂਟਿੰਗ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਹੈ ਰਾਈ ਆਟੋ ਕੋਲੀਜਨ, ਜੋ ਬੀਤੇ ਸਾਲਾਂ 'ਚ ਤੁਹਾਨੂੰ ਇਮਾਨਦਾਰੀ ਤੇ ਤਸੱਲੀਬਖਸ਼ ਸੇਵਾ ਪ੍ਰਦਾਨ ਕਰਦੇ ਕਾਰਨ ਤੁਹਾਡੇ ਵਿਸ਼ਵਾਸ ਦੇ ਪਾਤਰ ਬਣ ਚੁੱਕੇ ਨੇ। ਹਰ ਕੰਮ ਗਰੰਟੀਸ਼ੁਦਾ ਕੀਤਾ ਜਾਂਦਾ ਹੈ। ਵਾਜਿਬ ਰੇਟਸ ਤੇ ਤਸੱਲੀਬਖਸ਼ ਸੇਵਾ ਲਈ ਅੱਜ ਹੀ ਸੁਖਵੰਤ ਸਿੰਘ ਰਾਏ ਨੂੰ 9056712345 ਤੇ ਫੋਨ ਕਰੋ। ਬਰੈਂਪਟਨ ਕ੍ਰੈਮੇਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਹੁਣ ਈਸਟ ਐਂਡ ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ, ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਰਲ ਹੋਮ ਏਜੈਕਸ ਕ੍ਰੈਮੇਟੋਰੀਅਮ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਟਾਇਰਾਂ ਦੀ ਦੁਨੀਆ ਦੇ ਸਰਤਾਜ ਪਪੂਲਰ ਟਾਇਰ ਨੇਮ ਬ੍ਰਾਂਡ ਟਾਇਰ ਦੀ ਬਹੁਤ ਵੱਡੀ ਚੋਣ ਹੈ। ਵੀਲ ਅਲਾਈਨਮੈਂਟ, ਟਾਇਰ ਤੇ ਆਇਲ ਚੇਂਜ ਪ੍ਰਦਾਨ ਕਰਦੇ ਨੇ। ਗੱਡੀ ਜੱਟ ਦੀ ਤੇ ਧੂੜਾ ਪਈ ਪੱਟਦੀ ਨੀ, ਤੇਲ ਪਾਣੀ ਫੁੱਲ ਰੱਖਦੇ ਚੱਲੀਏ, ਛੇਤੀ ਛੇਤੀ ਪਾਲਾ ਕੱਪੜੇ ਨੀ, ਪਪੂਲਰ ਟਾਇਰ ਤੇ ਟਾਇਰ ਪਾਉਣ ਚੱਲੀਏ। ਪਪੂਲਰ ਟਾਇਰ ਹੁਣ 4 ਲੋਕੇਸ਼ਨ ਤੋਂ ਸੇਵਾ ਪ੍ਰਦਾਨ ਕਰ 115 ਫਾਦਰ ਟੋਬਨ ਰੋਡ ਬਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ, ਮੀਟ ਅਤੇ ਮਠਿਆਈਆਂ ਲਈ ਸਦਾ ਇੱਕ ਨਾ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ। Elegance, classy, exotic cuisine, romantic, precious,
Memories forever. Bombay Palace. Come to Woodbine Banquet and Convention Hall for all your special celebrations. Woodbine Banquet and Convention Hall is conveniently located near the Woodbine Racetrack and Casino and has 3 big halls with capacity for 1,500 people. Our service is excellent and our cuisine is varied and suitable for the requirements of all our clients. In addition, our top-rated 6 to 9 room hotel is right on the premises and adds to the comfort and convenience of all our guests. Call Woodbine Banquet and Convention Hall at 416-743-0003. ਸਾਡੇ ਅੱਜ ਦੇ ਪ੍ਰੋਗਰਾਮ 'ਚ ਮਹਿਮਾਨ ਹੈ ਤਾਰਾ ਸਰਾਫ ਜੀ। ਆਇਆਂ ਨੂੰ ਜੀ ਇੱਕ ਵਾਰੀ ਵੰਸ ਅਗੇਨ, ਹੈ ਨਾ, ਬ੍ਰੇਕ ਤੋਂ ਬਾਅਦ। ਤਾਰਾ ਜੀ, ਤੁਸੀਂ ਪਹਿਲੀ ਵਾਰੀ ਕੈਨੇਡਾ ਆਏ, ਤੁਹਾਡਾ ਕੈਨੇਡਾ ਦਾ ਤਜਰਬਾ ਕਿਹੋ ਜਿਹਾ ਰਿਹਾ? ਮੈਨੂੰ ਯਾਨੀ ਜਿਸ ਦਿਨ ਮੈਂ ਆ ਰਹੀ ਸੀ, ਮੈਨੂੰ ਥੋੜਾ ਜਿਹਾ ਇੱਕ ਮਹਿਸੂਸ ਹੋ ਰਿਹਾ ਸੀ ਕਿ ਇਹ ਲੋਕ ਜਿਹੜੇ ਤਕਰੀਬਨ ਇਹਨਾਂ 'ਚੋਂ ਮਸਵਾਏ ਜਸਵੀਰ ਸਿੰਘ ਬੋਬਾਰ ਆਏ ਨੇ, ਉਹਨਾਂ ਨਾਲ ਮੇਰੀ ਉੱਥੇ ਮੁਲਾਕਾਤ ਹੋਈ ਸੀ। ਉਸ ਤੋਂ ਬਾਅਦ ਪ੍ਰਤੀਕ ਔਰ ਬਾਕੀ ਬਲਜੀਤ ਬਲਰਾਜ ਜੀ, ਇਹ ਸਾਰੇ ਜਿਹੜੇ ਲੋਕ ਨੇ ਇਹ ਮੇਰੇ ਲਈ ਅਕਸਰ ਅਜਨਬੀ ਸਨ, ਯਾਨੀ ਬਿਲਕੁਲ ਮੈਨੂੰ ਇੰਝ। ਲੇਕਿਨ ਮੈਂ ਜਿਸ ਤਰ੍ਹਾਂ ਇਹਨਾਂ ਦੇ ਘਰ ਪੈਰ ਪਾਇਆ ਹੈ ਤੇ ਮੈਨੂੰ ਲੱਗਾ ਕਿ ਮੈਂ ਇੱਕ ਘਰ ਚੋਂ ਨਿਕਲ ਕੇ ਦੂਜੇ ਘਰ ਆ ਗਈ ਹਾਂ। ਅਪਣਾਈਅਤ ਜਿਹੜੀ ਹੈ ਉਹ ਬਹੁਤ ਮਹਿਸੂਸ ਹੋਈ। ਦੂਜਾ ਜਿਹੜਾ ਹੈ ਯਾਨੀ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਕਿ ਇੱਥੇ ਇਹਨਾਂ ਨੇ ਇੱਕ ਆਪਣੀ ਰਵਾਇਤ ਨੂੰ ਜ਼ਿੰਦਾ ਰੱਖਿਆ ਹੈ, ਯਾਨੀ ਆਪਣੀ ਜਿਹੜੀ ਹੋਂਦ ਹੈ ਉਹਨੂੰ ਨਹੀਂ ਖਤਮ ਨਹੀਂ ਕੀਤਾ, ਆਪਣੀ ਇੱਕ ਜਿਹੜੀ ਅਲੱਗ ਸ਼ਨਾਖਤ ਹੈ ਉਹ ਕਾਇਮ ਹੈ। ਪੰਜਾਬੀ ਦੀ ਜਿਹੜੀ ਸ਼ਨਾਖਤ ਹੈ ਉਹ ਮੈਨੂੰ ਇੱਥੇ ਨਜ਼ਰ ਆਈ, ਜਿਹੜੀ ਮੇਰਾ ਖਿਆਲ ਹੈ ਕਿ ਸਾਡੇ ਉਹਨਾਂ ਦੋਵਾਂ ਪੰਜਾਬਾਂ 'ਚ ਅਸੀਂ ਮਿਟਦੀ ਜਾ ਰਹੇ ਹਾਂ। ਬਹੁਤ ਵਧੀਆ ਜੀ, ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡੀ ਜਿਹੜੀ ਕਿਤਾਬ ਹੈ ਉਹ ਗੁਰਮੁਖੀ ਵਿੱਚ ਵੀ ਛਪੀ ਹੈ, ਜਿਹਨੂੰ ਵੈਸੇ ਜਿਹੜੇ ਵੈਨਕੂਵਰ ਰਹਿੰਦੇ ਨੇ ਉੱਥੇ ਅੱਜ ਕੱਲ੍ਹ ਆਏ ਨੇ ਗੁਲਾਟੀ ਸਾਹਿਬ, ਉੱਥੇ ਵੀ ਪਹੁੰਚ ਗਈ। ਤੇ ਮੈਨੂੰ ਬੜੀ ਖੁਸ਼ੀ ਕਿ ਚੰਦ ਕਿਤਾਬਾਂ ਆ ਗਈਆਂ ਸਨ ਤੇ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਆਪਣੇ ਸਰੋਤੇ ਜਿਹੜੇ ਤੁਹਾਨੂੰ ਸੁਣਨਾ ਹੈ, ਬੜਾ ਮਾਣ ਹੈ। ਪਰਮਾਤਮਾ ਕਰੇ ਤੁਸੀਂ ਹੋਰ ਲਿਖੋ ਤੇ ਅਸੀਂ ਉਹਨੂੰ ਪੰਜਾਬ ਗੁਰਮੁਖੀ ਰੂਪ 'ਚ ਇੱਧਰ ਛਾਪੀਏ। ਮੈਡਮ ਸੁਗਰਾ ਸਦਫ ਮੇਰੇ ਬੜੇ ਪਿਆਰੇ ਦੋ ਮਿੱਤਰ ਨੇ, ਖਾਸ ਕਰਕੇ ਬਾਬਾ ਨਾਜ਼ਮੀ ਜੀ, ਮੈਂ ਉਹਨਾਂ ਦੀ ਸਾਰੀ ਪੋਇਟਰੀ ਮੈਂ ਇੱਥੇ ਗੁਲਾਟੀ ਸਾਹਿਬ ਕੋਲੋਂ ਛਪਵਾਈ। ਮਤਲਬ ਇਹ ਹੈ ਕਿ ਸਾਡੀਆਂ ਜਿਹੜੀਆਂ ਕਿਰਤਾਂ ਨੇ, ਜਿਹੜੀਆਂ ਪੋਇਟਰੀ ਜੋ ਉਹ ਹੋਰ ਕੁਝ ਰੂਪ ਵੀ ਹੋ ਸਕਦਾ, ਨਾਵਲ ਵੀ ਹੋ ਸਕਦਾ, ਉਹ ਜੇ ਅਸੀਂ ਪੜ੍ਹਾਂਗੇ ਇੱਕ ਦੂਜੇ ਨਾਲ ਅਸੀਂ ਹੋਰ ਨੇੜੇ ਹੋਵਾਂਗੇ। ਬਿਲਕੁਲ ਇਸ ਤਰ੍ਹਾਂ ਮੈਂ 7-8 ਵਾਰੀ ਪਾਕਿਸਤਾਨ ਜਾ ਰਿਹਾ ਤਾਂ ਹੁਣ ਫਿਰ ਅਗਲੇ ਸਾਲ ਜਾਵਾਂਗਾ, ਤੁਹਾਨੂੰ ਵੀ ਮਿਲਾਂਗਾ। ਤਾਂ ਮੇਰੀਆਂ ਦੁਆਵਾਂ ਜਿੰਨੇ ਵੀ ਉੱਥੇ ਮਿੱਤਰ ਨੇ ਉਹਨਾਂ ਮੇਰੀ ਯਾਦ ਦਿਓ, ਖਾਸ ਕਰਕੇ ਬਾਬਾ ਨਾਜ਼ਮੀ ਜੀ, ਸ਼ੌਕਤ ਸਾਹਿਬ, ਕੈਸਰ ਸਾਹਿਬ ਤੇ ਮੇਰੀ ਭੈਣ, ਬਹੁਤ ਪਿਆਰੀ ਭੈਣ ਰਹਿੰਦੀ ਹੈ ਸਾਇਦਾ ਦੀ। ਜੀ ਬਿਲਕੁਲ। ਤੁਹਾਡੇ ਆਉਣ ਲਈ ਇੱਕਦਮ ਫਿਰ ਸ਼ੁਕਰੀਆ।